चौथा हर पहलड़ी लाम प्रवृत्ति कर्म दिरड़ाया बलराम जियो बाणी ब्रह्मा वेद धर्म दिरड़ो पाप तजाया बलराम जियो धर्म दिरड़ो हर नाम ध्यावो सिमरत नाम दिरड़ाया सतगुर गुरपुरा आराधो सब किल विख पाप गवाया सहज आनंद होवा वड पाकी मन हर हर मीठा लाया जन कह नानक लाम पहली आरंभ काज रचाया हर दूजड़ी लाम सतगुर पुरख मिलाया बलराम जियो निरपौ भै मन होए होमै मैल गवाया बलराम जियो निर्मल भौ पाया हर गुण गाया हर वेखै राम हदूरे हर आत्म राम पसारिया स्वामी सर्ब रहया भरपूरे अंतर बाहर हर प्रभ एको मिल हर जन मंगल गाए जन नानक दूजी लाम चलाई अनहद शब्द वजाए। वाहिगुरु जी का खालसा वाहिगुरु जी की फतेह। आओ गुरु के प्यार वाले कोशिश करते हाँ रल मिल के साहिबां दा पावन सुनेहा समझण दा यतन करिए। जिस लड़ी नूं असीं आरंभ कीता है कल तो वो है लावां विचला सुंदर उपदेश सच्चे पातशाह जी ने जो साडी झोली विच पाया। एक गल फिर ध्यान विच रखियो क्योंकि बाणी नूं जदों असीं समुचे रूप विच सारा भाव बाणी नूं समझण लग्गिआं ਉਹਦੇ ਵਿੱਚੋਂ ਇੱਕ ਅੱਧੀ ਚੀਜ਼ ਵੀ ਮਿਸ ਕਰ ਦਿੰਦੇ ਹਾਂ ਤੇ ਸਾਨੂੰ ਕਈ ਵਾਰ ਉਸ ਸੰਦਰਭ ਨਾਲ ਜੁੜਨਾ ਔਖਾ ਲੱਗਦਾ। ਉਹ ਇਹ ਹੈ ਵੀ ਬਾਣੀ ਵਿਚਲਾ ਕੋਈ ਵੀ ਪੱਖ ਐਸਾ ਨਹੀਂ ਵੀ ਜਿਹੜਾ ਕਿਸੇ ਇੱਕ ਸਮੇਂ ਸਥਾਨ ਤੇ ਘਟਨਾ ਨਾਲ ਜੋੜ ਲਿਆ ਜਾਏ। ਉਹ ਇਹਦੇ ਤੋਂ ਉੱਪਰ ਦੀ ਗੱਲ ਹੈ ਤੇ ਸਦੀਵੀ ਗੱਲ ਹੈ, ਹਰ ਵੇਲੇ ਦੀ ਗੱਲ ਹੈ। ਫਿਰ ਰੱਬੀ ਕਲਾਮ ਹੈ, ਉਹ ਸ਼ਬਦ ਕੋਈ ਵੀ ਹੋਣ ਪੰਕਤੀਆਂ ਕੋਈ ਵੀ ਹੋਣ ਪਰ ਉਹਨਾਂ ਦਾ ਸੰਬੰਧ ਹੈ ਮਨੁੱਖ ਦਾ ਪਰਮਾਤਮਾ ਵਾਲੇ ਬੰਨੇ ਨੂੰ ਸਫ਼ਰ ਤੈਅ ਕਿਵੇਂ ਹੋਵੇ। ਹਾਂ ਉਹਦੇ ਵਿੱਚ ਕੁਝ ਗੱਲਾਂ ਸਾਡੀ ਮਰਿਆਦਾ ਵਿੱਚ ਸ਼ਾਮਲ ਹਨ ਤੇ ਅਸੀਂ ਉਹਨਾਂ ਨੂੰ ਉਸ ਰੂਪ ਵਿੱਚ ਸਮਝਣ ਦਾ ਯਤਨ ਜਿਹੜਾ ਆ ਉਹ ਕਰਦੇ ਆ। ਤਾਂ ਆਪਾਂ ਯਤਨ ਕੀਤਾ ਸੀ ਜਿਵੇਂ ਕੱਲ ਵੀ ਕੁਝ ਸ਼ਬਦ ਨੇ ਐਸੇ ਜਿਨ੍ਹਾਂ ਸ਼ਬਦਾਂ ਦੇ ਵਿੱਚ ਜਿਵੇਂ ਵਿਵਾਹ ਸ਼ਬਦ ਜਾਂ ਵਿਆਹ ਸ਼ਬਦ ਆਉਂਦਾ ਹੈ ਤਾਂ ਸਾਡਾ ਜਿਹੜਾ ਬਹੁਤਾ ਸਮਾਜ ਦਾ ਹਿੱਸਾ ਆ ਉਹ ਇਹਨੂੰ ਇੱਦਾਂ ਵੇਖਦਾ ਆ ਵੀ ਸ਼ਾਇਦ ਇਹ ਸਿਰਫ ਜਿਹੜਾ ਬਾਹਰੀ ਤੌਰ 'ਤੇ ਵਿਆਹ ਦੀ ਹੈ ਇਹਦੀ ਗੱਲ ਚੱਲਦੀ ਹੈ, ਪਰ ਨਹੀਂ, ਉਹਦੇ ਵਿੱਚ ਗੱਲ ਚੱਲਦੀ ਹੈ ਪਰਿਪੂਰਨ ਪਰਮਾਤਮਾ ਨਾਲ ਸਾਂਝ ਦੀ। ਇਹ ਠੀਕ ਹੈ ਵੀ ਅਸੀਂ ਅੱਜ ਜਦੋਂ ਕਿਤੇ ਆਨੰਦ ਕਾਰਜ ਹੁੰਦਾ ਹੋਵੇ ਤਾਂ ਉਹਨਾਂ ਪੰਕਤੀਆਂ ਨੂੰ ਜਾਂ ਉਹਨਾਂ ਸ਼ਬਦਾਂ ਨੂੰ ਟੇਕ ਬਣਾ ਕੇ ਅਸੀਂ ਰੱਬੀ ਉਪਦੇਸ਼ ਉਸ ਵੇਲੇ ਸੁਭਾਗ ਜੋੜੇ ਲਈ ਤੇ ਪਰਿਵਾਰਕ ਮੈਂਬਰਾਂ ਵਾਸਤੇ ਬਹੁਤ ਸੋਹਣਾ ਸੁਨੇਹਾ ਸਤਿਗੁਰੂ ਜੀ ਬਾਣੀ ਵਿੱਚ ਦਿੰਦੇ ਆ, ਉਹਨੂੰ ਸਮਝਿਆ ਜਾ ਸਕਦਾ। ਤਾਂ ਅੱਜ ਆਪਾਂ ਗੱਲ ਕਰਾਂਗੇ ਜਦੋਂ ਲਾਵਾਂ ਦੀ, ਤੇ ਦੋ ਲਾਵਾਂ ਦਾ ਪਾਠ ਮੈਂ ਆਪ ਜੀ ਦੇ ਸਨਮੁਖ ਕੀਤਾ। ਪਹਿਲੀ ਤੇ ਦੂਜੀ ਲਾਮ ਇਹ ਸੂਹੀ ਰਾਗ ਦੇ ਅੰਦਰ ਗੁਰਦੇਵ ਪਿਤਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀਆਂ ਹੋਈਆਂ ਚਾਰ ਲਾਵਾਂ ਸੂਹੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 773 ਉੱਪਰ ਸੁਭਾਏਮਾਨ ਹਨ। ਹੁਣ ਅਸੀਂ ਬਾਹਰ ਮੁਖੀ ਹੋਣ ਕਰਕੇ ਕਿਉਂਕਿ ਅਸੀਂ ਸਿਰਫ ਦਿਸਦੀ ਚੀਜ਼ ਨੂੰ ਹੀ ਸੁਣਦੇ ਹਾਂ, ਸਮਝਦੇ ਹਾਂ, ਵੇਖਦੇ ਹਾਂ ਤੇ ਉੱਥੋਂ ਤੱਕ ਹੀ ਸਾਡਾ ਜਿਹੜਾ ਹੈ ਉਹ ਸੰਬੰਧ ਹੁੰਦਾ ਹੈ। ਤੇ ਇਸੇ ਕਰਕੇ ਜਿਹੜਾ ਵਿਆਹ ਸ਼ਾਦੀ ਹੈ ਉਹ ਵੀ ਸਾਨੂੰ ਕਿਉਂਕਿ ਇੱਕ ਮਰਿਆਦਾ ਵਿੱਚ ਇਹ ਗੱਲ ਸ਼ਾਮਲ ਕਰ ਦਿੱਤੀ ਗਈ ਵੀ ਚਾਰ ਲਾਵਾਂ ਲੈਣੀਆਂ ਨੇ ਤੇ ਸਾਡਾ ਮਤਲਬ ਜਿਹੜਾ ਹੁੰਦਾ ਵੀ ਸ਼ਾਇਦ ਇਹ ਚਾਰ ਲਾਵਾਂ ਲੈ ਲਈਆਂ ਤੇ ਇਹ ਆਨੰਦ ਕਾਰਜ ਕੰਪਲੀਟ ਹੈ। ਨਹੀਂ,
ਜ਼ਰੂਰੀ ਇਹ ਹੁੰਦਾ ਵੀ ਅਸੀਂ ਉਸ 4 ਲਾਵਾਂ, ਔਰ ਖਾਸ ਗੱਲ ਇਸ ਕਰਕੇ ਵੀ ਹੈ ਵੀ ਜਦੋਂ ਤੁਸੀਂ ਬਾਕੀ ਚੀਜ਼ਾਂ 'ਚ ਵੇਖੋਗੇ ਨਾ, ਜਿਵੇਂ ਜੇ ਤੁਸੀਂ ਕਿਸੇ ਹੋਰ ਮਜ਼ਹਬ ਧਰਮ ਨੂੰ ਸਟੱਡੀ ਕਰੋ ਤੇ ਕਿਸੇ ਮਜ਼ਹਬ ਨੇ ਇਸ ਮਾਰਗ ਨੂੰ ਧਾਰਨ ਕਰਨ ਲੱਗਿਆਂ ਜਾਂ ਇਸ ਮਰਿਆਦਾ ਨੂੰ ਨਿਭਾਉਣ ਲੱਗਿਆਂ, ਇਸ ਰਸਮ ਨੂੰ ਨਿਭਾਉਣ ਲੱਗਿਆਂ ਕੁਝ ਕੁ ਸ਼ਬਦ ਨੇ ਜਿਹੜੇ ਉਹ ਉਹਨਾਂ ਦੇ ਪ੍ਰਚਲਿਤ ਨੇ। ਜਿਵੇਂ ਮੁਸਲਮਾਨ ਵੀਰ ਨੇ ਉਹ ਕਬੂਲ ਸ਼ਬਦ ਕਹਿੰਦੇ ਨੇ, ਬੱਚੇ ਤੇ ਬੱਚੀ ਤੋਂ 3 ਵਾਰ ਕਬੂਲ ਸ਼ਬਦ ਕਹਾਉਂਦੇ ਨੇ। ਬੱਚਾ ਕਹਿ ਦੇ ਕਬੂਲ, ਉਧਰੋਂ ਬੱਚੀ ਕਹਿ ਦੇ ਕਬੂਲ, ਤੇ ਉਸ ਨੂੰ ਕੰਪਲੀਟ ਨਿਕਾਹ ਮੰਨ ਲੈਂਦੇ ਨੇ। ਪਿਛਲੇ ਦਿਨੀ ਵੀ ਆਪਾਂ ਇੱਕ ਚਰਚਾ ਕੀਤੀ ਸੀ ਵੀ ਜਿਹੜੇ ਈਸਾਈ ਵੀਰ ਨੇ ਉਹ ਰਿੰਗ ਸ਼ਰਵਨੀ, ਜਿਹੜੀ ਮੁੰਦਰੀ ਹੈ, ਇੱਕ ਦੂਜੇ ਦੇ ਹੱਥ ਵਿੱਚ ਪਾਉਂਦੇ ਨੇ ਤੇ ਉਹਨੂੰ ਉਹ ਕੰਪਲੀਟ ਵਿਆਹ ਮੰਨਦੇ ਹਨ। ਜਿਹੜੇ ਹਿੰਦੂ ਵੀਰ ਨੇ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਰਸਮੋ ਰਿਵਾਜ ਨੇ, ਕਿਉਂਕਿ ਉਹਨਾਂ ਦੇ ਧਰਮ ਦਾ ਹੀ ਆਪਣਾ ਬਹੁਤ ਝਮੇਲਾ ਆ। ਤਾਂ ਉਹਨਾਂ ਵਿੱਚ ਜਿਵੇਂ ਜੈ ਮਾਲਾ, ਉਹਨਾਂ ਵਿੱਚੋਂ ਸਾਡੇ 'ਚ ਵੀ ਆ ਗਈ ਹੌਲੀ ਹੌਲੀ। ਸਾਡੇ ਪਰਿਵਾਰ ਵੀ ਇਹ ਕਿਤੇ ਕਿਤੇ ਇਸ ਤਰ੍ਹਾਂ ਦੇ ਕਰਮ ਕਰਦੇ ਹਨ। ਤੇ ਦੂਜਾ ਉਹਨਾਂ ਦੇ ਵਿੱਚ ਅਗਨੀ ਦੇ ਦੁਆਲੇ 7 ਲਾਵਾਂ ਲਈਆਂ ਜਾਂਦੀਆਂ ਤੇ ਉਸ ਲਾਵਾਂ ਦੇ ਵਿੱਚ 4 ਲਾਵਾਂ ਬੱਚਾ ਅੱਗੇ ਹੋ ਕੇ ਲੈਂਦਾ, 3 ਲਾਵਾਂ ਬੱਚੀ ਅੱਗੇ ਹੋ ਕੇ ਲੈਂਦੀ। ਤੇ ਉਸ ਵੇਲੇ ਪੜ੍ਹਿਆ ਕੀ ਜਾਂਦਾ, ਮੈਂ ਬੜੀ ਕੋਸ਼ਿਸ਼ ਕੀਤੀ ਸਮਝਣ ਦੀ, ਪਰ ਮੈਨੂੰ ਸਮਝ ਨਹੀਂ ਲੱਗੀ। ਉਹ ਸਿਰਫ ਸਵਾਹਾ ਸ਼ਬਦ ਹੀ ਸਮਝ ਆਉਂਦਾ। ਜਦੋਂ ਅੱਗ ਵਿੱਚ ਸਮੱਗਰੀ ਪਾਉਂਦੇ ਨੇ ਤੇ ਉੱਚੀ ਸਾਰੀ ਸਵਾਹਾ ਕਹਿੰਦੇ ਨੇ। ਹੁਣ ਸਾਡੇ ਕੋਲ ਖੂਬਸੂਰਤੀ ਇਹ ਹੈ ਗੁਰੂ ਸਾਹਿਬ ਜੀ ਦੀ ਵੀ ਸਾਨੂੰ ਜਿਹੜਾ ਬਾਣੀ 'ਚ ਸੁੰਦਰ ਉਪਦੇਸ਼ ਦਿੱਤਾ ਆ ਨਾ, ਅਸੀਂ ਜੇ ਉਹਦੇ ਵਾਲੇ ਬੰਨੇ ਧਿਆਨ ਦੇ ਲਈਏ ਤੇ ਮੈਨੂੰ ਲੱਗਦਾ ਵੀ ਜਿਵੇਂ ਉਹ ਇਕੱਲੇ ਕਬੂਲ ਵਾਲੇ ਬੰਨੇ ਧਿਆਨ ਦਿੰਦੇ ਨੇ, ਜਾਂ ਉਹ ਇਕੱਲੇ ਰਿੰਗ ਸ਼ਰਵਨੀ ਜਦੋਂ ਹੋ ਜਾਂਦੀ ਹੈ ਤੇ ਉਸ ਵੇਲੇ ਉਹ ਕਲੈਪਿੰਗ ਕਰਦੇ ਨੇ ਤੇ ਕਹਿੰਦੇ ਨੇ ਵਿਆਹ ਹੋ ਗਿਆ। ਉਹ ਸਵਾਹਾ ਕਹਿੰਦੇ ਨੇ, 7 ਲਾਵਾਂ ਲੈਂਦੇ ਨੇ ਤੇ ਉਹ ਕਹਿੰਦੇ ਨੇ ਵਿਆਹ ਹੋ ਗਿਆ। ਤੇ ਸਾਡੇ ਬੰਦੇ ਵੀ 4 ਪਰਿਕਰਮਾ ਕਰਕੇ ਅਸੀਂ ਇਹਨੂੰ ਇੱਦਾਂ ਮੰਨਦੇ ਹਾਂ ਵੀ ਇਹ ਆਨੰਦ ਕਾਰਜ ਕੰਪਲੀਟ ਹੋ ਗਿਆ। ਸ਼ਾਇਦ ਇਹੀ ਕਾਰਨ ਹੈ ਵੀ ਪਰਿਵਾਰਾਂ ਵਿੱਚ ਬਾਣੀ ਦਾ ਉਪਦੇਸ਼ ਨਹੀਂ ਰਹਿ ਜਾਂਦਾ। ਬਹੁਤੀ ਵਾਰ ਇਹ ਵੀ ਹੁੰਦਾ ਵੀ ਬਾਣੀ ਦਾ ਉਪਦੇਸ਼ ਸੁਣਨ ਸਮਝਣ ਦਾ ਸਾਡੇ ਕੋਲ ਟਾਈਮ ਵੀ ਨਹੀਂ ਹੁੰਦਾ, ਅਸੀਂ ਉਹਨੂੰ ਸੁਣਦੇ ਸਮਝਦੇ ਵੀ ਨਹੀਂ ਆ, ਔਰ ਸਾਡਾ ਫੋਕਸ ਵੀ ਨਹੀਂ ਹੁੰਦਾ। ਸਾਨੂੰ ਨਾ ਤੇ ਸਮਝਾਇਆ ਹੀ ਜਾ ਰਿਹਾ ਹੁੰਦਾ ਤੇ ਨਾ ਅਸੀਂ ਸਮਝਣਾ ਚਾਹੁੰਦੇ ਹੁੰਦੇ ਹਾਂ। ਵਿਆਹ ਇੱਕ ਇਹੋ ਜਿਹਾ ਫੰਕਸ਼ਨ ਹੈ ਜਿੱਥੇ ਸਾਰਾ ਜ਼ੋਰ ਬੰਦਾ ਆਪਣੇ ਆਪ ਨੂੰ ਤਿਆਰ ਕਰਨ ਤੇ ਲਾਉਂਦਾ ਆ। ਜਿੰਨੇ ਵੀ ਮੈਂਬਰ ਉਹਦੇ 'ਚ ਸ਼ਾਮਲ ਹੁੰਦੇ ਨੇ, ਬੱਚੇ ਤੇ ਬੱਚੀ ਤੋਂ ਲੈ ਕੇ ਜਿੰਨੇ ਵੀ ਮੈਂਬਰ ਅੱਜ ਦੇ ਵਿਆਹ ਫੰਕਸ਼ਨ ਵਿੱਚ ਸ਼ਾਮਲ ਹੁੰਦੇ ਨੇ ਨਾ, ਉਹਨਾਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੁੰਦਾ ਵੀ ਉਹ ਤਿਆਰ ਕਿੰਨੇ ਵਧੀਆ ਹੋ ਸਕਦੇ ਆ, ਉਹ ਉਹਨਾਂ ਦੀ ਬਾਹਰੀ ਦਿੱਖ ਕਿੰਨੀ ਖੂਬਸੂਰਤ ਬਣ ਸਕਦੀ ਹੈ। ਹੁਣ ਜਦੋਂ ਸਾਰਾ ਫੋਕਸ ਬਾਹਰੀ ਦਿੱਖ ਤੇ ਹੈ ਤੇ ਮੈਨੂੰ ਨਹੀਂ ਲੱਗਦਾ ਵੀ ਲਾਵਾਂ ਵਿਚਲਾ ਉਪਦੇਸ਼ ਜਿਹੜਾ ਆ ਉਸ ਬੰਨੇ ਨੂੰ ਸਾਡਾ ਕਿਤੇ ਧਿਆਨ ਜਾਏਗਾ ਜਾਂ ਅਸੀਂ ਉਸ ਬੰਨੇ ਸਮਝਣ ਵਾਲੇ ਬੰਨੇ ਕਿਤੇ ਤੁਰ ਸਕਾਂਗੇ। ਹੁਣ ਕਿੰਨਾ ਜ਼ਰੂਰੀ ਬਣ ਜਾਂਦਾ ਵੀ ਜੇ ਅਸੀਂ ਉਸ ਲਾਵਾਂ ਵਿਚਲੇ ਅੰਦਰਲੇ ਜਿਹੜੇ ਸੁੰਦਰ ਸੁਨੇਹੇ ਨੇ ਉਸ ਬੰਨੇ ਨੂੰ ਕਿਤੇ ਧਿਆਨ ਖੜਨ ਦੀ ਕੋਸ਼ਿਸ਼ ਕਰਦੇ ਤੇ ਤਾਂ ਆਪ ਜੀ ਦੇ ਸਨਮੁਖ ਇਸ ਵਿਸ਼ੇ ਨੂੰ ਚੁਣ ਕੇ ਆਪਾਂ ਇਹਦੇ ਨਾਲ ਗੱਲ ਕਰਨੀ ਚਾਹੁੰਦੇ ਹਾਂ। ਕੋਸ਼ਿਸ਼ ਕਰੀਏ ਆਪ ਸਮਝੀਏ, ਹੋਰਾਂ ਤੱਕ ਸੁਨੇਹਾ ਲੈ ਕੇ ਜਾਈਏ, ਅੱਗੇ ਦੀ ਅੱਗੇ ਬਾਕੀਆਂ ਤੱਕ ਸੁਨੇਹਾ ਪਹੁੰਚਾਇਆ ਜਾਏ। ਕਿਤੇ ਸਿੱਖ ਕੌਮ ਇਹਨਾਂ ਚੀਜ਼ਾਂ ਨੂੰ ਬੜੀ ਗੰਭੀਰਤਾ ਨਾਲ ਸਮਝਣ ਦਾ ਯਤਨ ਕਰੇ ਤੇ ਸਾਡੇ ਵਿਆਹ ਨਾ ਰਹਿ ਜਾਣ, ਸਾਡੇ ਸਿਰਫ ਖਾਣ ਪੀਣ ਦੇ ਫੰਕਸ਼ਨ ਨਾ ਰਹਿ ਜਾਣ। ਅਸੀਂ ਦੱਸੀਏ, ਵੇਖੋ ਇੱਕ ਗੱਲ ਪੱਕੀ ਹੈ ਵੀ ਜੇ ਤਾਂ ਅਸੀਂ ਨਿਆਰੇਪਨ ਦੀ ਗੱਲ ਹੀ ਕਰਦੇ ਆ ਨਾ ਵੀ ਸਿੱਖ ਨਿਆਰਾ ਆ, ਤੇ ਤੁਸੀਂ ਇਦਾਂ ਤੇ ਨਿਆਰੇ ਸਾਬਤ ਨਹੀਂ ਨਾ ਹੋ ਸਕਦੇ ਵੀ ਫਲਾਨੇ ਨੇ ਵਿਆਹ 'ਚ ਇਹ ਖਵਾਇਆ ਤੇ ਅਸੀਂ ਇਹ ਖਵਾਇਆ। ਇਦਾਂ ਤੇ ਸਾਡੇ ਨਾਲੋਂ ਬਹੁਤ ਅੱਗੇ ਲੰਘ ਜਾਣਗੇ ਲੋਕ, ਤੁਸੀਂ ਮੁਕਾਬਲਾ ਨਹੀਂ ਨਾ ਕਿਸੇ ਨੇ ਕਰ ਸਕਦੇ। ਨਾ ਤੁਸੀਂ ਇਹ ਹੀ ਕਹਿ ਸਕਦੇ ਆ ਵੀ ਅਸੀਂ ਫਲਾਨੇ ਖਾਸ ਥਾਂ ਤੇ ਜਾ ਕੇ, ਜਿਵੇਂ ਸਿੱਖਾਂ 'ਚ ਨਾ ਅੱਜ ਇੱਕ ਰਿਵਾਜ ਪੈ ਰਿਹਾ ਆ ਵੀ ਉਹ ਆਪਣੀ ਦਿਨ ਰਾਤ ਦੀ ਕੀਤੀ ਕਮਾਈ ਨੂੰ ਨਾ ਲੋਕਾਂ ਨੂੰ ਵਿਖਾਉਣ ਲਈ ਜਾਂ ਉਹਦੀ ਨੁਮਾਇਸ਼ ਲਾਉਣ ਲਈ ਕੋਈ ਖਾਸ ਪਲੇਸ, ਖਾਸ ਥਾਂ ਚੁਣਦੇ ਨੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਕਰਨ ਲਈ। ਤੇ ਫਿਰ ਉਹ ਬੱਚਿਆਂ ਦੇ ਅੱਗੇ ਬੱਚੇ ਵਿਆਹੁਣ ਤੱਕ ਕਰਜ਼ੇ ਜਿਹੜੇ ਆ ਉਹਨਾਂ ਦੇ ਨਹੀਂ ਲੱਥਦੇ ਤੇ ਬੜੀ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਆਪਸੀ ਅਣਬਣ ਹੋ ਜਾਣੀ, ਜਾਂ ਬੰਦੇ ਕਈ ਵਾਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ, ਇੱਕ ਦੂਜੇ ਨਾਲ ਮਿਲ ਵਰਤਨ ਦੀ ਸਾਂਝ ਟੁੱਟ ਜਾਂਦੀ ਹੈ। ਜਿਹੜੇ ਚਾਅ ਹੁੰਦੇ ਨੇ ਉਹ ਚਾਅ ਸਦੀਵੀ ਨਜ਼ਰ ਨਹੀਂ ਆਉਂਦੇ। ਤਾਂ ਉਸ ਪੱਖ ਨੂੰ ਅਸੀਂ ਜਦੋਂ ਧਿਆਨ ਨਾਲ ਸਮਝਾਂਗੇ ਤਾਂ ਮੈਨੂੰ ਲੱਗਦਾ ਵੀ ਜ਼ਿੰਦਗੀ ਜਿਉਣੀ ਵੀ ਜਿੱਥੇ ਸੌਖੀ ਹੋਏਗੀ ਉੱਥੇ ਅਸੀਂ ਬਹੁਤ ਕੁਝ ਦੁਨੀਆ ਨੂੰ ਦੱਸ ਸਕਾਂਗੇ ਵੀ ਇਹ ਸਾਡਾ ਜਿਹੜਾ ਲਾਵਾਂ ਦਾ ਉਪਦੇਸ਼ ਸੱਚੇ ਪਾਤਸ਼ਾਹ ਜੀ ਸਾਨੂੰ ਬਾਣੀ ਵਿੱਚ ਦਿੰਦੇ ਆ।
ਹੁਣ ਪਹਿਲੀ ਲਾਮ ਔਰ ਪਹਿਲੀ ਪੰਕਤੀ ਗੁਰੂ ਸਾਹਿਬ ਜੀ ਆਪਾਂ ਲਾਗੇ ਰੱਖੀਏ ਗੱਲ ਨੂੰ, ਹਰ ਪਹਿਲੜੀ ਲਾਮ ਪਰਵਿਰਤੀ ਕਰਮ। ਹੁਣ 4 ਲਾਵਾਂ ਨੇ ਤੇ 4 ਸਿੰਪਲ ਜਿਹੜੇ ਸੁੰਦਰ ਸੁਨੇਹੇ ਆ ਉਹਨੂੰ ਆਪਾਂ ਪਹਿਲਾਂ ਸਮਝ ਲਈਏ। ਏਦਾਂ ਪਹਿਲੀ ਲਾਮ ਹੈ ਜਿਹੜੀ, ਉਸ ਲਾਮ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਚੀਜ਼ ਵਿੱਚ ਤੁਹਾਡਾ ਧਿਆਨ ਖਚਿਤ ਹੋਣਾ, ਭਾਵ ਕਿ ਤੁਹਾਡੀ ਅਟੈਂਸ਼ਨ ਹੋਣੀ, ਤੁਸੀਂ ਪੂਰਨ ਰੂਪ ਵਿੱਚ ਕੇਂਦਰਿਤ ਹੋਣਾ ਉਸ ਚੀਜ਼ ਵੱਲ, ਪ੍ਰਵਿਰਤ ਹੋਣਾ, ਮਤਲਬ ਕੇਂਦਰਿਤ ਹੋਣਾ, ਇੱਕ ਲਗਨ ਨਾਲ, ਇੱਕ ਪੂਰੀ ਤਰ੍ਹਾਂ ਨਾਲ ਸਾਡਾ ਫੋਕਸ ਹੋਣਾ। ਪਹਿਲੀ ਲਾਮ ਲੈਂਦਿਆਂ ਬੱਚਾ ਤੇ ਬੱਚੀ ਉਹਨਾਂ ਨੂੰ ਇਹ ਰਿਅਲਾਈਜ਼ ਕਰਵਾਇਆ ਜਾਏ ਵੀ ਅੱਜ ਤੋਂ ਬਾਅਦ ਤੁਸੀਂ ਦੋਵਾਂ ਨੇ ਇੱਕ ਦੂਜੇ ਤੇ ਫੋਕਸ ਕਰਨਾ ਹੈ। ਹੁਣ ਇਹ ਤਾਂ ਨਹੀਂ ਦੱਸਿਆ ਫੋਕਸ ਕਰਨ ਦਾ ਮਤਲਬ ਵੀ ਜੇ ਦੱਸਿਆ ਜਾਊਗਾ ਤੇ ਉਹ ਬੜੇ ਅਜੀਬ ਜੇ ਤਰ੍ਹਾਂ ਦੇ ਸਾਨੂੰ ਉੱਥੇ ਜਿਹੜੇ ਆ ਉਹ ਮੈਸੇਜ ਦਿੱਤੇ ਜਾਣਗੇ। ਫੋਕਸ ਦਾ ਅਰਥ ਹੁੰਦਾ ਵੀ ਇਹਦੀਆਂ ਖੁਸ਼ੀਆਂ ਗਮੀਆਂ, ਇਹਦੀ ਹਰ ਤਰ੍ਹਾਂ ਦੀ ਫਿਕਰ, ਹਰ ਤਰ੍ਹਾਂ ਦੀ ਇਹਦੇ ਚਿਹਰੇ ਤੇ ਹਾਸਾ ਲਿਆਉਣਾ ਅੱਜ ਤੋਂ ਬਾਅਦ ਤੁਹਾਡਾ ਦੋਵਾਂ ਦੀ ਜ਼ਿੰਮੇਵਾਰੀ ਹੈ। ਇਹ ਬੱਚੀ ਹੱਸਦੀ ਰਵੇ, ਇਹ ਬੱਚੇ ਦੀ ਜ਼ਿੰਮੇਵਾਰੀ ਹੈ, ਬੱਚਾ ਹੱਸਦਾ ਰਵੇ, ਇਹ ਬੱਚੀ ਦੀ ਜ਼ਿੰਮੇਵਾਰੀ ਹੈ। ਦੋਵੇਂ ਪਰਿਵਾਰ ਜਾਂ ਜਿਹੜੇ ਸਾਡੇ ਵਰਗੇ ਭਾਈ ਉੱਥੇ ਆਨੰਦ ਕਾਰਜ ਕਰਾ ਰਹੇ ਉਹ ਪੂਰਾ ਧਿਆਨ ਇਹਦੇ ਤੇ ਕਿਉਂ ਨਹੀਂ ਦਿੰਦੇ? ਇਸ ਗੱਲ ਤੇ ਫੋਕਸ, ਪਹਿਲੀ ਲਾਮ ਜਿਹੜੀ ਹੈ ਉਹ ਇਸ ਗੱਲ ਤੇ ਫੋਕਸ ਕਰਾਉਂਦੀ ਹੈ, ਤੁਹਾਡਾ ਧਿਆਨ ਦਿਵਾਉਂਦੀ ਹੈ ਵੀ ਤੁਸੀਂ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਕਿਵੇਂ ਹੋਣਾ, ਇੱਕ ਦੂਜੇ ਨੂੰ ਦੇ ਚਿਹਰੇ ਤੇ ਰੌਣਕ ਕਿਵੇਂ ਲਿਆਉਣੀ ਹੈ। ਪਰ ਮੈਨੂੰ ਐਂ ਲੱਗਦਾ ਹੁੰਦਾ ਵੀ ਅਸੀਂ ਸ਼ਾਇਦ ਸਫਰ ਇਹ ਨਹੀਂ ਕਰਦੇ ਵੀ ਇੱਕ ਦੂਜੇ ਦੇ ਚਿਹਰੇ ਤੇ ਰੌਣਕ ਕਿਵੇਂ ਲਿਆਉਣੀ, ਜਾਂ ਸਾਡਾ ਸਮਾਜਿਕ ਭਾਈਚਾਰਾ ਵੀ ਇਦਾਂ ਦਾ ਆ, ਸਾਡਾ ਆਲਾ ਦੁਆਲਾ ਵੀ ਇਦਾਂ ਦਾ ਆ। ਬੜੀ ਵਾਰ ਮੈਂ ਬੇਨਤੀ ਕਰਦਾ ਹੁੰਦਾ ਵੀ ਉਹ ਵੇਲੇ ਹੋਰ ਹੁੰਦੇ ਸਨ ਪੁਰਾਣੇ ਸਮਿਆਂ ਵਿੱਚ, ਜਦੋਂ ਆਨੰਦ ਕਾਰਜ ਹੁੰਦੇ ਤੇ ਸਿਆਣੇ ਦਾਨੇ ਬਜ਼ੁਰਗ ਬਰਾਤ ਵਿੱਚ ਸ਼ਾਮਲ ਹੁੰਦੇ। ਸਿਆਣੇ ਦਾਨੇ ਬੰਦੇ ਬੱਚਿਆਂ ਨੂੰ ਦਾਨੀਆਂ ਗੱਲਾਂ ਦੱਸਦੇ। ਹੁਣ ਮੈਂ ਸ਼ਬਦ ਵਰਤਣ ਲੱਗਾ, ਕਈਆਂ ਨੂੰ ਇਹ ਭੈੜਾ ਲੱਗੂਗਾ। ਅੱਜ ਕੱਲ੍ਹ ਬਰਾਤਾਂ ਵਿੱਚ ਦਾਨੇ ਬੰਦੇ ਨਹੀਂ ਜਾਂਦੇ ਕਿਉਂਕਿ ਮਾਹੌਲ ਇਦਾਂ ਦਾ ਬਣ ਗਿਆ। ਭੋਗ ਹੋਵੇ ਫਿਰ ਕਹਿੰਦੇ ਬਾਪੂ ਜੀ ਜਾਣ, ਵਿਆਹ ਹੋਵੇ ਫਿਰ ਕਹਿੰਦੇ ਮੁੰਡੇ ਖੁੰਡੇ ਜਾਣਗੇ, ਵੀ ਬਾਪੂਆਂ ਦਾ ਵਿਆਹ 'ਚ ਕੀ ਕੰਮ ਹੈ। ਉਲਟੀ ਹੋ ਗਈ ਨਾ ਗੱਲ। ਮੈਂ ਇੱਕ ਵਾਰ ਬੇਨਤੀ ਕੀਤੀ ਸੀ ਵੀ ਜੇ ਤੁਸੀਂ ਥੋੜਾ ਜਿਹਾ ਕਿਤੇ ਸਮਾਜ ਨੂੰ ਜਿੱਥੇ ਕਿਤੇ ਬਜ਼ੁਰਗ ਚੜ੍ਹਾਈ ਕਰੇ, ਭੋਗ ਹੋਵੇ, ਉੱਥੇ ਨੌਜਵਾਨ ਜਾਣ, ਉਹਨਾਂ ਨੂੰ ਪਤਾ ਲੱਗੇ ਬਜ਼ੁਰਗਾਂ ਦੀ ਘਾਟ ਕੀ ਹੁੰਦੀ ਹੈ। ਉੱਥੇ ਜਦੋਂ ਰੋਂਦੇ ਪੁੱਤ ਨੂੰ ਵੇਖਣਗੇ ਨਾ ਵੀ ਸਾਡਾ ਬਾਪੂ ਨਹੀਂ ਰਿਹਾ, ਅੱਜ ਸਾਡੀ ਮਾਂ ਨਹੀਂ ਰਹੀ, ਫਿਰ ਘਰ ਆਣ ਕੇ ਸ਼ਾਇਦ ਘੁੱਟ ਕੇ ਗਲਵਕੜੀ ਆਪਣੇ ਪਿਓ ਨੂੰ ਪਾਉਣਗੇ ਵੀ ਸਾਡੇ ਕੋਲ ਅਜੇ ਹੈਗਾ ਆ। ਇੱਦਾਂ ਹੀ ਵਿਆਹਾਂ ਸ਼ਾਦੀਆਂ ਦੇ ਵਿੱਚ ਕਿਤੇ ਦਾਨੇ ਬੰਦੇ ਜਾਣ ਤੇ ਉੱਥੇ ਤਜਰਬੇ ਦੀ ਗੱਲ, ਉੱਥੇ ਉਹ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਉਹਨਾਂ ਨਾਲ ਵੀ ਪਰਿਵਾਰ ਕਿਵੇਂ ਚਲਾਈਦੇ ਆ, ਜ਼ਿੰਮੇਵਾਰੀਆਂ ਦਾ ਅਹਿਸਾਸ ਕਿਵੇਂ। ਇਹੀ ਕਾਰਨ ਹੈ ਨਾ ਪੁਰਾਣੇ ਸਮਿਆਂ 'ਚ ਦਾਨੇ ਬੰਦੇ ਬਰਾਤਾਂ ਵਿੱਚ ਸ਼ਾਮਲ ਹੁੰਦੇ ਤੇ ਦਾਨੀਆਂ ਗੱਲਾਂ ਕਰਦੇ। ਅੱਜ ਬਰਾਤਾਂ ਵਿੱਚ ਦਾਨੇ ਸ਼ਾਮਲ ਨਹੀਂ ਹੋ ਰਹੇ। ਸਾਡੀ ਰਹਿਤ ਮਰਿਆਦਾ 'ਚ ਬਕਾਇਦਾ ਲਿਖਿਆ ਵੀ ਬੱਚੀ ਵਾਲੇ ਜਿੰਨੇ ਕੁ ਪਰਿਵਾਰਕ ਮੈਂਬਰ ਕਹਿਣ ਉਨੇ ਕੁ ਤੇ ਦਾਨੇ ਬੰਦੇ ਹੋਣ। ਦਾਨੇ ਦਾ ਅਰਥ ਸਿਆਣਾ ਬੰਦਾ ਹੋਵੇ, ਹਨਾ। ਹੁਣ ਤੁਸੀਂ ਉਸ ਸਿਆਣੇਪਨ ਦੀ ਜਦੋਂ ਗੱਲ ਵੇਖਣੀ ਹੈ ਤੇ ਉਹਦਾ ਅਰਥ ਹੈ ਵੀ ਸਾਡਾ ਦੋਵਾਂ ਮੈਂਬਰਾਂ ਦਾ ਉਸ ਵੇਲੇ ਧਿਆਨ ਉਸ ਆਨੰਦ ਕਾਰਜ ਵਿੱਚੋਂ ਇੱਕ ਦੂਜੇ ਵੱਲ ਪੂਰਾ ਦਿਵਾਇਆ ਜਾਏ। ਤੇ ਧਿਆਨ ਹੀ ਨਾ ਦਿਵਾਇਆ ਜਾਏ ਫਿਰ ਉਹ ਦੋਵੇਂ ਮੈਂਬਰ ਇੱਕ ਦੂਜੇ ਵਿੱਚ ਇੱਦਾਂ ਲਗਨ ਹੋਵੇ, ਉਹਨਾਂ ਦੀ ਇੱਕ ਦੂਜੇ ਪ੍ਰਤੀ ਇੱਦਾਂ ਖਿੱਚ ਹੋਵੇ, ਪ੍ਰਵਿਰਤ ਹੋਣਾ ਕਿਸੇ ਚੀਜ਼ ਵਿੱਚ ਤੁਹਾਡਾ ਖੁੱਭ ਜਾਣਾ, ਐਂ ਖੁੱਭ ਕੇ ਰਿਸ਼ਤਾ ਨਿਭਾਇਆ ਜਾਏ। ਰਿਸ਼ਤੇ ਜਦੋਂ ਖੁੱਭ ਕੇ ਨਿਭਾਏ ਜਾਂਦੇ ਆ ਨਾ, ਉਸ ਵੇਲੇ ਫਿਰ ਸੱਚੀ ਤੁਸੀਂ ਵੇਖੋ ਜਿੱਥੇ ਰਿਸ਼ਤੇ ਦੀ ਕਦਰ ਹੋਏਗੀ ਨਾ ਉੱਥੇ ਰਿਸ਼ਤੇ ਦੇ ਵਿੱਚ ਮਿਠਾਸ ਹੋਏਗੀ। ਤੇ ਜਿੱਥੇ ਬੰਦਾ ਫਿਰ ਉਹ ਉਸ ਚੀਜ਼ ਨੂੰ ਨੋਰਮਲ ਇੱਦਾਂ ਲੈਣ ਲੱਗ ਪੈਂਦਾ ਫਿਰ ਉਹ ਕਦਰ ਘੱਟ ਜਾਂਦੀ ਹੈ। ਖੈਰ, ਪ੍ਰਵਿਰਤ ਹੋਣਾ ਪਹਿਲੀ ਲਾਮ ਇਹ ਉਪਦੇਸ਼ ਦਿੰਦੀ ਹੈ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਬਾਣੀ ਬ੍ਰਹਮਾ ਵੇਦ ਧਰਮ ਦਿਰੜੋ। ਬਾਣੀ ਦਾ ਜਿਹੜਾ ਸੁੰਦਰ ਸੁਨੇਹਾ ਆ, ਬਾਣੀ ਦਾ ਜਿਹੜਾ ਬ੍ਰਹਮ ਗਿਆਨ ਹੈ, ਬਾਣੀ ਦਾ ਜਿਹੜਾ ਉਪਦੇਸ਼ ਹੈ, ਇਹਨੂੰ ਦ੍ਰਿੜ ਕਰੇ। ਹੁਣ ਇਹ ਤਾਂ ਦ੍ਰਿੜ ਹੀ ਨਹੀਂ ਕਰਾਇਆ ਜਾ ਰਿਹਾ, ਦੱਸਿਆ ਹੀ ਨਹੀਂ ਜਾ ਰਿਹਾ। ਬੜੇ ਵਿਆਹਾਂ 'ਚ ਤੁਸੀਂ ਵੇਖੋਗੇ, ਮੈਂ ਖੁਦ ਕਈ ਵਿਆਹਾਂ 'ਚ ਸ਼ਾਮਲ ਹੁੰਦਾ ਤੇ ਸਾਨੂੰ ਕੰਨ 'ਚ ਆਣ ਕੇ ਜੇ ਕਿਤੇ ਆਨੰਦ ਕਾਰਜ ਕਰਾਉਣੇ ਹੋਣ ਤੇ ਕਹਿ ਦਿੰਦੇ ਆ, ਭਾਈ ਸਾਹਿਬ ਜੀ ਜਦੋਂ ਉੱਠ ਕੇ ਪਰਿਕਰਮਾ ਕਰਨੀ ਨਾ ਮਾੜਾ ਜਿਹਾ ਇਸ਼ਾਰਾ ਕਰ ਦਿਓ। ਹੁਣ ਦੱਸੋ ਵੀ ਜੇ PhD ਕੀਤੀ ਬੱਚਿਆਂ ਨੇ,
ਡਿਗਰੀ ਹੋਲਡਰ ਬੰਦੇ, ਤੇ ਉਹਨਾਂ ਨੂੰ ਇਹ ਦੱਸਣਾ ਪੈਂਦਾ ਵੀ ਹਾਂਜੀ ਉੱਠੋ ਹੁਣ ਗੇੜਾ ਕੱਢ ਕੇ ਆਣ ਕੇ ਫਿਰ ਇੱਥੇ ਨਮਸਕਾਰ ਕਰਕੇ ਖੜੇ ਹੋ ਜਾਓ। ਮਤਲਬ ਉਹਨਾਂ ਨੂੰ ਇਹ ਪਤਾ ਹੀ, ਜਿਹਨੂੰ ਇਹ ਹੀ ਨਹੀਂ ਪਤਾ ਵੀ ਕਦੋਂ ਮੈਂ ਉੱਠ ਕੇ ਪਰਿਕਰਮਾ ਕਰਨੀ ਹੈ, ਤੇ ਉਹਨੂੰ ਇਹ ਕਦੋਂ ਪਤਾ ਲੱਗ ਜਾਣਾ ਵੀ ਇਹਦੇ 'ਚ ਸੁਨੇਹਾ ਕੀ ਦਿੱਤਾ ਜਾ ਰਿਹਾ ਹੈ, ਇਹਦੇ 'ਚ ਸਮਝਾਇਆ ਕੀ ਜਾ ਰਿਹਾ ਹੈ। ਬਾਣੀ ਬ੍ਰਹਮਾ ਵੇਦ ਧਰਮ ਦਿਰੜੋ, ਧਰਮ ਸ਼ਬਦ ਬਾਣੀ ਵਿੱਚ ਜਦੋਂ ਆਉਂਦਾ ਤਾਂ ਉਹਦਾ ਜਿਹੜਾ ਅਰਥ ਹੈ ਫਰਜ਼ਾਂ ਦਾ ਅਹਿਸਾਸ ਹੋਣਾ। ਬਾਣੀ ਦਾ ਉਪਦੇਸ਼ ਦ੍ਰਿੜ ਕਰੋ, ਤੇ ਇਹ ਉਪਦੇਸ਼ ਤੁਹਾਨੂੰ ਦ੍ਰਿੜ ਕਰਾਉਂਦਾ ਆ ਫਰਜ਼ ਨਿਭਾਉਣਾ, ਧਰਮ ਨਿਭਾਉਣਾ, ਧਰਮ ਨਿਭਾਇਆ ਜਾਏ, ਫਰਜ਼ ਨਿਭਾਏ ਜਾਣ। ਜਦੋਂ ਅਸੀਂ ਫਰਜ਼ ਨਿਭਾਉਣ ਦੀ ਜਾਚ ਸਿੱਖਾਂਗੇ ਨਾ, ਸੱਚੇ ਪਾਤਸ਼ਾਹ ਜੀ ਕਹਿੰਦੇ ਪਾਪ ਤਜਾਇਆ। ਹੁਣ ਪਾਪ ਜਦੋਂ ਬੰਦਾ ਫਰਜ਼ ਨਹੀਂ ਨਾ ਨਿਭਾਉਂਦਾ, ਫਿਰ ਪਾਪ, ਥੋੜਾ ਜਿਹਾ ਇਹਨੂੰ ਸਮਝਿਓ। ਪਾਪ ਸ਼ਬਦ ਹੈ ਨਾ ਜਿਹੜਾ ਬਾਣੀ 'ਚ, ਇਹ ਇਦਾਂ ਆ ਵੀ ਤੁਸੀਂ ਮਨ ਵਿੱਚ ਕੁਝ ਸੋਚਿਆ ਆ ਭੈੜਾ, ਪਰ ਉਹਨੂੰ ਅਜੇ ਅੰਜਾਮ ਨਹੀਂ ਦਿੱਤਾ, ਇਹਨੂੰ ਪਾਪ ਕਹਿੰਦੀ ਹੈ ਬਾਣੀ। ਪਾਪ ਕ੍ਰਾਈਮ ਹੋਰ ਚੀਜ਼ ਹੈ, ਕੁਕਰਮ ਹੋਰ ਚੀਜ਼ ਹੈ, ਪਰ ਪਾਪ ਹੋਰ ਚੀਜ਼ ਹੈ। ਦੋ ਸ਼ਬਦ ਬਾਣੀ ਵਿੱਚ ਸਾਨੂੰ ਏਦਾਂ ਪੜ੍ਹਨ ਨੂੰ ਮਿਲਣਗੇ, ਔਰ ਇਹਦੀ ਦੋਵਾਂ ਸ਼ਬਦਾਂ ਨੂੰ ਸਮਝਣ ਦੀ ਲੋੜ ਹੈ। ਫਰਜ਼ਾਂ ਦਾ ਨਿਭਣਾ ਤੇ ਪਾਪ ਦਾ ਛੱਡਣਾ ਹੈ। ਜਦੋਂ ਫਰਜ਼ ਨਹੀਂ ਨਿਭਾਏ ਜਾਂਦੇ, ਫੋਰ ਐਗਜ਼ਾਮਪਲ ਇਹਨੂੰ ਸੌਖਾ ਸਮਝ ਲਓ ਵੀ ਦੋਵਾਂ ਜੀਆਂ ਨੇ ਡਿਊਟੀ ਲਾਈ ਕਿਸੇ ਦੀ, ਮੰਨ ਲਓ ਪਤਨੀ ਨੇ ਲਾਤੀ ਪਤੀ ਦੀ ਵੀ ਤੁਹਾਨੂੰ ਨਾ ਆਹ ਕੰਮ ਕਿਹਾ ਵੀ ਕਰ ਆਇਓ। ਹੁਣ ਉਹ ਹੋਇਆ ਨਹੀਂ, ਹੋਇਆ ਕਿਉਂ ਨਹੀਂ, ਉਹਦੇ ਪਿੱਛੇ ਕਾਰਨ ਹੋ ਸਕਦਾ 100 ਹੋਵੇ, ਪਰ ਜਦੋਂ ਨਹੀਂ ਹੋਇਆ ਨਾ, ਫਿਰ ਉਹਦੇ ਲਈ ਬਹਾਨਾ ਘੜਨਾ ਪੈਣਾ। ਬਹਾਨਾ ਘੜਨ ਲਈ ਝੂਠ ਦਾ ਸਹਾਰਾ ਲੈਣਾ ਪੈਣਾ। ਝੂਠ ਦਾ ਜਦੋਂ ਸਹਾਰਾ ਲੈਣਾ ਪੈਣਾ, ਫਿਰ ਦਿਮਾਗ ਵਿੱਚ ਪਾਪ ਚੱਲਣਾ। ਇਹਨੂੰ ਕਹਿੰਦੇ ਪਾਪ ਆ ਜਾਣਾ। ਜਦੋਂ ਉਪਦੇਸ਼ ਸਮਝਾਂਗੇ ਪਾਪ ਤਜਾਇਆ, ਭਾਵ ਕਿ ਬਹਾਨੇਬਾਜ਼ੀ ਨਹੀਂ ਰਹਿ ਜਾਏਗੀ, ਪਾਪ ਜ਼ਿੰਦਗੀ ਵਿੱਚੋਂ ਖਤਮ ਹੋ ਜਾਣਗੇ। ਇੱਕ ਦੂਜੇ ਲਈ ਵਫਾਦਾਰ ਹੋਵਾਂਗੇ ਅਸੀਂ, ਇੱਕ ਦੂਜੇ ਲਈ ਅਸੀਂ ਸੁਹਿਰਦਤਾ ਰੱਖਦੇ ਹੋਵਾਂਗੇ। ਪਾਪ ਤਜਾਇਆ ਬਲਰਾਮ ਜੀਓ। ਧਰਮ ਦਿਰੜੋ ਹਰ ਨਾਮ ਧਿਆਓ। ਫਿਰ ਕਹਿੰਦੇ ਫਰਜ਼ਾਂ ਨੂੰ ਦ੍ਰਿੜ ਕਰ। ਹੁਣ ਜੇ ਤੁਸੀਂ ਪਤੀ ਪਤਨੀ ਦੀਆਂ ਲਾਵਾਂ ਲੈਣ ਵੇਲੇ ਉਹਨਾਂ ਦੋਵਾਂ ਨੂੰ ਫਰਜ਼ਾਂ ਦਾ ਅਹਿਸਾਸ ਹੋ ਜਾਏ, ਤੁਸੀਂ ਸੋਚ ਕੇ ਵੇਖੋ ਵੀ ਸੱਚੀ ਮੁੱਚੀ ਤਲਾਕ ਦੀ ਗੁੰਜਾਇਸ਼ ਰਹਿ ਜਾਏਗੀ, ਫਿਰ ਡਿਵੋਰਸ ਨਾਂ ਦੀ ਚੀਜ਼ ਰਹਿ ਜਾਏਗੀ ਸਾਡੀ ਲਾਈਫ ਵਿੱਚ। ਹੁਣ ਗੱਲ ਤਾਂ ਨਾ ਕਿਤੇ ਫਰਜ਼ ਨਹੀਂ ਨੇ, ਕੌਣ ਨਹੀਂ ਨਿਭਾਉਂਦਾ ਇਹ ਹੁਣ ਅਸੀਂ ਨਹੀਂ ਨਾ ਫੈਸਲਾ, ਮੈਂ ਨਹੀਂ ਨਾ ਫੈਸਲਾ ਕਰਕੇ ਤੁਹਾਨੂੰ ਦੱਸ ਸਕਦਾ ਵੀ ਕਿਹਨੇ ਫਰਜ਼ ਨਹੀਂ ਨਿਭਾਏ। ਸਾਨੂੰ ਪਹਿਲਾਂ ਐਂ ਲੱਗਦਾ ਹੁੰਦਾ ਸੀ ਵੀ ਸ਼ਾਇਦ ਇੱਕ ਬੰਨਿਓ ਫਰਜ਼ ਨਹੀਂ ਨਿਭਦੇ। ਨਹੀਂ, ਹੁਣ ਇਹ ਸਮਝਣਾ, ਉਸ ਜਿਹੜਾ ਬੰਦਾ ਲਾਵਾਂ ਦਾ ਪਾਠ ਸੁਣ ਰਿਹਾ, ਜਿਹੜਾ ਬਾਣੀ ਨੂੰ ਸਮਝ ਰਿਹਾ, ਜਿਹਦੀਆਂ ਲਾਵਾਂ, ਉਹ ਸਮਝੋ ਵੀ ਕਿਹਨੇ ਨਹੀਂ ਨਿਭਾਏ। ਜਦੋਂ ਸਾਨੂੰ ਆਪਣੇ, ਤਾਂ ਹੀ ਤੇ ਬਾਣੀ ਕਹਿੰਦੇ ਨਾ ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਵੇਖ, ਦੂਜੇ ਨੂੰ ਦੱਸਣ ਦੀ ਬਜਾਏ ਖੁਦ ਨੂੰ। ਤਾਂ ਹੀ ਬਾਣੀ 'ਚ ਲਿਖਿਆ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਾ ਮਦੇ ਆਪ ਪ੍ਰਗਾਸ਼ਿਆ। ਤੇਰੇ ਅੰਦਰ ਗੱਲ ਬਣਨੀ ਹੈ ਜਦੋਂ ਹਰ ਚੀਜ਼ ਨੂੰ ਤੂੰ ਆਪਣੇ ਅੰਦਰੋਂ ਸਮਝਣ ਦੀ ਕੋਸ਼ਿਸ਼ ਕਰੇਗਾ। ਗੁਰੂ ਸਾਹਿਬ ਜੀ ਬਾਣੀ 'ਚ ਇੱਥੋਂ ਤੱਕ ਸ਼ਬਦ ਵਰਤੇ, ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਜਿਹੜਾ ਭਰਮ ਪੈ ਗਿਆ ਵੀ ਸ਼ਾਇਦ ਪਤੀ ਨੂੰ ਇਹ ਪੈ ਗਿਆ ਵੀ ਪਤਨੀ ਮੇਰੇ ਲਈ ਵਫਾਦਾਰ ਨਹੀਂ, ਜਾਂ ਪਤਨੀ ਨੂੰ ਪੈ ਗਿਆ ਵੀ ਪਤੀ ਵਫਾਦਾਰ ਨਹੀਂ, ਖੁਦ ਨੂੰ ਵੀ ਤੇ ਵੇਖਣਾ ਪੈਣਾ ਨਾ, ਖੁਦ ਨੂੰ ਵੀ ਸਰਚ ਕਰਨਾ ਪੈਣਾ, ਤੁਹਾਨੂੰ ਖੁਦ ਨੂੰ ਪਛਾਣਨਾ ਪੈਣਾ। ਇਹ ਭਰਮ ਦੂਰ ਹੋ ਸਕਦਾ ਆ, ਕੋਈ ਵੱਡੀ ਗੱਲ ਨਹੀਂ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਫਰਜ਼ਾਂ ਨੂੰ ਜਦੋਂ ਅਹਿਸਾਸ ਹੋ ਜਾਏਗਾ, ਫਰਜ਼ਾਂ ਨੂੰ ਦ੍ਰਿੜ ਕਰ ਲਓਗੇ, ਧਰਮ ਦਿਰੜੋ ਹਰ ਨਾਮ ਧਿਆਓ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ। ਪੂਰੇ ਗੁਰੂ ਨੂੰ ਆਰਾਧਣਾ। ਸਤਿਗੁਰੂ ਸੱਚਾ ਗੁਰੂ। ਗੁਰੂ ਮਤਲਬ ਸਮਝ, ਵਿਵੇਕ, ਬੁੱਧ, ਅਕਲ। ਸੱਚੇ ਪਾਤਸ਼ਾਹ ਜਿਹੜੀ ਜਿਵੇਂ ਨਾ ਗਿਆਨ ਅੰਜਨ ਗੁਰ ਦੀਆ, ਗੁਰੂ ਨੇ ਕੀ ਦਿੱਤਾ? ਗਿਆਨ ਦਾ ਸੁਰਮਾ। ਹੁਣ ਬਾਹਰੀ ਸੁਰਮਾ ਪਾਉਣਾ ਤੇ ਬੰਦੇ ਵਿਆਹ ਵਾਲੇ ਦਿਨ ਜਾ ਕੇ 2 ਘੰਟੇ ਲਾ ਕੇ ਕਿਸੇ ਤੋਂ ਪਵਾ ਕੇ ਆ ਜਾਣਗੀਆਂ। ਸਾਡੀਆਂ ਬੱਚੀਆਂ ਪਵਾ ਹੀ ਆਉਂਦੀਆਂ, ਫਿਰ ਉਹ ਵਿਆਹ ਵਾਲੀ ਮੂਵੀ 'ਚ ਬੱਚੀ ਨੂੰ ਵੇਖ ਲਓ, ਬਾਅਦ 'ਚ ਬੱਚੀ ਵੇਖ ਲਓ, ਸਮਝ ਹੀ ਨਹੀਂ ਲੱਗਦਾ ਵੀ ਵਿਆਹ ਇਹਦਾ ਹੀ ਹੋਇਆ ਸੀ ਉਦਣ। ਬਹੁਤਾ ਰੌਲਾ ਹੀ ਏਦਾਂ ਦਾ ਪੈ ਜਾਂਦਾ। ਹੁਣ ਬੜੀਆਂ ਸਮੱਸਿਆਵਾਂ ਇਸ ਤਰ੍ਹਾਂ ਦੀਆਂ ਆ ਵੀ ਜਦੋਂ ਬੱਚਾ ਬੱਚੀ ਪਹਿਲੀ ਵਾਰ ਮਿਲਦੇ ਆ, ਫਿਰ ਉਹਨਾਂ ਦੀਆਂ ਗੱਲਾਂ ਬਾਤਾਂ ਵੇਖੋ। ਜਦੋਂ ਦੂਜੀ ਵਾਰ, ਤੀਜੀ ਵਾਰ, ਚੌਥੀ ਵਾਰ, ਫਿਰ ਜਦੋਂ ਲਾਵਾਂ ਹੋ ਜਾਂਦੀਆਂ ਆਨੰਦ ਕਾ, ਫਿਰ ਮਿਲਣੀ ਉਹਨਾਂ ਦੀ, ਉਹ ਤਾਂ ਫਰਕ ਪੈ ਜਾਂਦਾ ਬਹੁਤ ਵੱਡਾ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਨੂੰ ਆਰਾਧਣਾ, ਸਤਿਗੁਰੂ ਨੂੰ ਸੁਰਤ ਵਿੱਚ ਰੱਖਣਾ। ਤੇ ਸਤਿਗੁਰੂ ਨੂੰ ਸੁਰਤ ਵਿੱਚ ਰੱਖਣ ਦਾ ਅਰਥ ਹੈ ਸਤਿਗੁਰੂ ਦੀ ਦਿੱਤੀ ਸਮਝ ਨੂੰ ਸੁਰਤ ਵਿੱਚ ਰੱਖਣਾ। ਹੁਣ ਗੁਰੂ ਸਾਹਿਬ ਸੁਰਤ ਵਿੱਚ ਕਿਵੇਂ ਰੱਖੇ ਜਾਣੇ ਆ? ਗੁਰੂ ਵੱਲੋਂ ਦਿੱਤੀ ਹੋਈ ਸਮਝ ਨੂੰ ਸੁਰਤ ਵਿੱਚ ਰੱਖੀਏ। ਇਹ ਜਿਹੜਾ ਆ ਨਾਮ ਧਿਆਉਣਾ ਆ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੀ ਜਿਹੜੀ ਬਖਸ਼ਿਸ਼ ਹੈ ਸਾਡੇ ਸਮਝ ਵਿੱਚ, ਜਿਵੇਂ ਧਰਮ ਦਿਰੜੋ ਹਰ ਨਾਮ ਧਿਆਓ। ਵੇਖੋ, ਧਰਮ ਦਿਰੜੋ ਨਾਮ ਧਿਆਓ। ਨਾਮ ਦਾ ਅਰਥ ਬਾਣੀ 'ਚ ਸਮਝ।
ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਸ਼ਬਦ ਵਿਚਾਰਕ ਵਿੱਚੋਂ ਕੀ ਮਿਲਦਾ? ਸਮਝ ਮਿਲਦੀ ਹੈ। ਸੋ ਤਿੰਨੇ ਚੀਜ਼ਾਂ ਸਪਸ਼ਟ ਕਰਤੀਆਂ ਮਹਾਰਾਜ ਨੇ ਵੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਹੁਣ ਨਾਮ ਤੀਰਥ ਹੈ ਕਿ ਸ਼ਬਦ ਵਿਚਾਰ ਤੀਰਥ ਹੈ? ਹੁਣ ਇਹਦਾ ਬਹੁਤ ਉਲਝਣ ਪੈ ਜਾਏਗੀ। ਏਦਾਂ ਸੌਖਾ ਸਮਝ ਲਓ, ਬਾਣੀ 'ਚ ਦਿੱਤਾ ਉਪਦੇਸ਼ ਹੀ ਸਾਡੇ ਵਾਸਤੇ ਤੀਰਥ ਹੈ। ਸਿਮਰਤ ਨਾਮ ਦ੍ਰਿੜਾਇਆ, ਇਹ ਹੈ ਧਰਮ ਦਾ ਅਧਿਐਨ ਕਰਨਾ, ਧਾਰਮਿਕ ਚੀਜ਼ਾਂ ਨੂੰ ਸਮਝਣਾ, ਧਰਮ ਦੀਆਂ ਪੋਥੀਆਂ ਵਿੱਚੋਂ ਇਸ ਗੱਲ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ। ਸਤਿਗੁਰ ਗੁਰਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ। ਜਦੋਂ ਅਸੀਂ ਗੁਰੂ ਨੂੰ ਆਰਾਧਦੇ ਹਾਂ, ਗੁਰੂ ਦੀ ਦਿੱਤੀ ਸਮਝ ਜੀਵਨ ਵਿੱਚ ਰੱਖਦੇ ਹਾਂ, ਪਾਪ ਜੀਵਨ ਵਿੱਚੋਂ ਮੁੱਕ ਜਾਂਦੇ ਆ। ਫਿਰ ਕੀ ਆਉਂਦਾ? ਸਹਿਜ ਆਨੰਦ ਹੋਆ ਵਡ ਭਾਗੀ, ਮਨ ਹਰ ਹਰ ਮਿੱਠਾ ਲਾਇਆ। ਜ਼ਿੰਦਗੀ 'ਚ ਸਹਿਜ ਆ ਗਿਆ, ਅਸੀਂ ਵੱਡਿਆਂ ਭਾਗਾਂ ਵਾਲੇ ਬਣ ਗਏ। ਵੇਖੋ, ਸਹਿਜ ਆਇਆ ਗੁਰੂ ਨੂੰ ਦ੍ਰਿੜ ਕਰਨ ਨਾਲ, ਅਸੀਂ ਵੱਡਿਆਂ ਭਾਗਾਂ ਵਾਲੇ। ਤੇ ਵੱਡੇ ਭਾਗ ਜਦੋਂ ਹੁਣ ਵੇਖੋ ਪਤੀ ਪਤਨੀ 'ਚ ਬਣੇ ਨਾ, ਫਿਰ ਕਹਿੰਦੇ ਨੇ ਵੀ ਮੇਰੇ ਤੇ ਭਾਗ ਹੀ ਮਾੜੇ ਸੀ। ਤੇ ਭਾਗ ਮਾੜੇ ਕਿਉਂ ਸੀ? ਕਿਉਂਕਿ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਨਹੀਂ ਸੀ ਜ਼ਿੰਦਗੀ 'ਚ, ਸਹਿਜ ਨਹੀਂ ਸੀ ਜ਼ਿੰਦਗੀ 'ਚ, ਗੁਰੂ ਦਾ ਉਪਦੇਸ਼ ਨਹੀਂ ਸੀ ਜ਼ਿੰਦਗੀ 'ਚ। ਸਹਿਜ ਆਨੰਦ ਹੋਵਾ ਵਡ ਭਾਗੀ, ਮਨ ਹਰ ਹਰ ਮਿੱਠਾ ਲਾਇਆ। ਜਨ ਕਹੈ ਨਾਨਕ ਲਾਉ ਪਹਿਲੀ ਆਰੰਭ ਕਾਜ ਰਚਾਇਆ। ਮਿੱਤਰਾ, ਪਹਿਲੀ ਗੱਲ ਇਹ ਵੀ ਤੈਨੂੰ ਜ਼ਿੰਮੇਵਾਰ ਹੋਣਾ ਪੈਣਾ, ਗੁਰੂ ਦੇ ਉਪਦੇਸ਼ ਨੂੰ ਦ੍ਰਿੜ ਕਰਨਾ ਪੈਣਾ। ਹਰ ਦੂਜੜੀ ਲਾਉ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਦੂਜੀ ਲਾਮ ਕਹਿੰਦੀ ਹੈ ਤੇਰਾ ਮਿਲਾਪ ਹੋ ਗਿਆ ਗੁਰੂ ਨਾਲ। ਹੁਣ ਜਦੋਂ ਗੁਰੂ ਨਾਲ ਮਿਲਾਪ ਹੋ ਗਿਆ, ਫਿਰ ਬੰਦਾ ਰਿਸਪੌਂਸੀਬਲ ਹੋਏ। ਇਹ ਪੱਕੀ ਗੱਲ ਹੈ, ਗੁਰੂ ਨੂੰ ਮਿਲ ਕੇ ਜ਼ਿੰਮੇਵਾਰੀ ਨਿਭਾਉਣੀ ਆਉਂਦੀ ਹੈ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਪਹਿਲੀ ਲਾਮ ਕਹਿੰਦੀ ਹੈ ਤੁਸੀਂ ਕਿਸੇ ਚੀਜ਼ ਵਿੱਚ ਐ ਇੱਕਮਿਕ ਹੋਣਾ ਆ। ਦੂਜੀ ਲਾਮ ਕਹਿੰਦੀ ਹੈ ਨਿਰਮਲ ਭਉ ਮਨ 'ਚ ਪੈਦਾ ਕਰਨਾ। ਨਿਰਮਲ ਭਉ ਕੀ ਹੁੰਦਾ ਆ? ਤੁਹਾਨੂੰ ਮੂੰਹੋਂ ਸ਼ਬਦ ਨਾ ਕੱਢਣੇ ਪੈਣ ਤੇ ਤੁਹਾਡੇ ਸ਼ਬਦਾਂ ਦੇ ਮੀਨਿੰਗ ਦੂਜੇ ਨੂੰ ਸਮਝ ਆਉਣ। ਇਹ ਹੁੰਦਾ ਇੱਕ ਦੂਜੇ ਨੂੰ ਫੀਲ ਕਰਨਾ। ਹੁਣ ਜਦੋਂ ਰਿਸ਼ਤੇ 'ਚ ਫੀਲਿੰਗ ਆ ਜਾਏਗੀ ਨਾ, ਫੀਲ ਕਰਨਾ ਆ ਜਾਏਗਾ, ਸ਼ਬਦ ਬੋਲਣੇ ਨਹੀਂ ਪੈਣਗੇ। ਬੰਦਾ ਬਿਨਾਂ ਬੋਲਣ ਤੋਂ ਹੀ ਸਮਝੇਗਾ ਸ਼ਬਦਾਂ ਨੂੰ ਵੀ ਇਹ ਚਾਹੁੰਦਾ ਕੀ ਹੈ, ਇਹਦੀ ਭਾਵ। ਕਿਉਂਕਿ ਪਰਿਵਾਰਕ ਮੈਂਬਰ ਨੇ ਨਾ, ਉਹ ਮੀਆਂ ਬੀਬੀ ਨੇ ਨਾ, ਪਤੀ ਪਤਨੀ ਨੇ ਨਾ, ਏਕ ਜੋਤ ਦੋਏ ਮੂਰਤੀ ਦੀ ਗੱਲ ਆਪਾਂ ਕੱਲ ਕਰਦੇ ਸਾਂ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਜਿਹੜੀ ਹਉਮੈ ਦੀ ਮੈਲ ਹੈ ਵੀ ਮੈਂ ਜ਼ਿਆਦਾ ਸਿਆਣਾ ਆ, ਜਿੱਥੇ ਪ੍ਰੋਬਲਮ ਮੈਂ ਸਿਆਣੇ ਦੀ ਆ ਜਾਏਗੀ ਨਾ, ਉੱਥੇ ਸਮੱਸਿਆ ਬਣਨੀ ਹੈ। ਤਾਂ ਹੀ ਬਾਣੀ 'ਚ ਗੁਰੂ ਸਾਹਿਬ ਕਹਿੰਦੇ ਨਾ, ਹਉਮੈ ਦੀਰਘ ਰੋਗ ਹੈ, ਇਹ ਵੱਡੀ ਬਿਮਾਰੀ ਹੈ ਵੀ ਮੈਂ ਬਹੁਤ ਸਿਆਣਾ ਆ। ਤੇ ਇਹਦਾ ਹੱਲ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਇਹਦਾ ਹੱਲ ਇਹ ਹੈ ਵੀ ਮੈਂ ਕੁਝ ਕਰ ਸਕਦਾ ਹੈ। ਹਉਮੈ ਦੀਰਘ ਰੋਗ ਹੈ ਦਾਰੂ ਪੀਸ ਮਾਹੇ, ਕੀ ਕਰੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਗੁਰੂ ਦੇ ਸ਼ਬਦ ਤੋਂ ਅਕਲ ਲੈਣੀ ਚਾਹੀਦੀ ਹੈ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਦੋਵਾਂ ਨੇ ਹਉਮੈ ਵਾਲੀ ਮੈਲ ਜ਼ਿੰਦਗੀ ਦੇ ਅੰਦਰੋਂ ਕੱਢ ਦਿੱਤੀ। ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਨਿਰਮਲ ਭਉ ਆ ਗਿਆ, ਫੀਲਿੰਗ, ਅਹਿਸਾਸ ਵੀ ਜੇ ਮੰਨ ਲਓ ਵੀ ਮੇਰਾ ਪਤੀ ਐਂ ਚਾਹੁੰਦਾ, ਪਤਨੀ ਕਵੇ ਚੱਲ ਕੋਈ ਨਹੀਂ, ਫਿਰ ਕੀ, ਇਹਦੇ ਲਈ ਕੀ ਹੈ। ਤੇ ਪਤੀ ਕਵੇ ਮੇਰੀ ਪਤਨੀ ਐਂ ਚਾਹੁੰਦੀ ਹੈ, ਚੱਲ ਇਹਦੇ ਵਾਸਤੇ ਏਦਾਂ। ਵੇਖੋ ਕਿੰਨਾ ਸੌਖਾ ਰਿਸ਼ਤਾ ਹੋ ਜਾਏਗਾ। ਜੇ ਅਸੀਂ ਅਹਿਸਾਸ, ਅਸੀਂ ਕਹਿੰਦੇ ਹਾਂ ਇਹ ਮੇਰੇ ਵਾਂਗ ਕਿਉਂ ਨਹੀਂ ਚੱਲਦਾ, ਅਸੀਂ ਇਹ ਕਿਉਂ ਨਹੀਂ ਕਹਿੰਦੇ ਮੈਂ ਇਹਦੇ ਵਾਂਗ ਕਿਉਂ ਨਹੀਂ ਚੱਲਦਾ। ਏਦਾਂ ਕਰ ਲਓ ਨਾ, ਮੈਂ ਇਹਦੇ ਵਾਂਗ ਚੱਲ ਕੇ ਵੇਖਾਂ। ਹੁਣ ਜਦੋਂ ਤੁਸੀਂ ਦੂਜੇ ਵਾਂਗ ਚੱਲੋਗੇ ਤੇ ਅਗਲਾ ਵੀ ਤੁਹਾਡੇ ਵਾਂਗ ਚੱਲਣ ਲੱਗ ਜਾਏਗਾ। ਗੁਣ ਗਾਇਆ ਹਰ ਵੇਖੈ ਰਾਮ ਹਦੂਰੇ। ਏਦਾਂ ਮੈਂ ਇੱਕ ਦੂਜੇ ਪਰਿਵਾਰਕ ਮੈਂਬਰਾਂ ਵਿੱਚ, ਇਹਨਾਂ ਦੋਵਾਂ ਜੀਆਂ ਵਿੱਚ, ਸਾਰੇ ਪਰਿਵਾਰਕ ਮੈਂਬਰਾਂ ਵਿੱਚ ਰੱਬ ਨੂੰ ਹਾਜ਼ਰ ਨਾਜ਼ਰ ਵੇਖ ਕੇ ਰੱਬ ਦੀ ਭੈ ਭਾਵਨੀ 'ਚ ਰਹਿਣਾ। ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ। ਗੁਰੂ ਨੇ ਮੈਨੂੰ ਅਕਲ ਦੇ ਦਿੱਤੀ, ਪਰਮਾਤਮਾ ਜਰਰੇ ਜਰਰੇ 'ਚ ਵੱਸਦਾ ਹੈ। ਹੁਣ ਮੰਨ ਲਓ ਪਤੀ ਪਤਨੀ ਨੂੰ ਸਮਝ ਲਾ, ਪਤੀ 'ਚ ਰੱਬ ਹੈ, ਪਤਨੀ 'ਚ ਰੱਬ ਹੈ, ਬਸ ਫਿਰ ਕਲੇਸ਼ ਮੁੱਕ ਜਾਏਗਾ। ਮੈਂ ਬੜੀ ਵਾਰ ਕਹਿੰਦਾ ਹੁੰਦਾ ਵੀ ਰੱਬ ਨਾਲ ਨਹੀਂ ਨਾ ਬੰਦਾ ਲੜ ਸਕਦਾ, ਫਿਰ ਸਮਝ ਲਓ ਪਤਨੀ 'ਚ ਰੱਬ ਹੈ, ਪਤੀ 'ਚ ਰੱਬ ਹੈ, ਬਸ ਐਂ ਸਮਝ ਲਈਏ, ਜ਼ਿੰਦਗੀ ਸੌਖੀ ਹੋ ਜਾਏਗੀ। ਹਰ ਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ, ਇੱਕੋ ਹੀ ਹੈ ਭਾਈ, ਅੰਦਰ ਤੇ ਬਾਹਰ, ਸਾਡੇ ਅੰਦਰ ਤੇ ਬਾਹਰ। ਹੁਣ ਅੰਦਰ ਤੇ ਬਾਹਰ ਦਾ ਮਤਲਬ ਤੇਰੇ ਅੰਦਰ ਵੀ ਹੈ ਤੇ ਦੂਜਿਆਂ ਦੇ ਅੰਦਰ ਵੀ ਹੈ। ਏਦਾਂ ਸਮਝ ਲਈਏ ਇਹਨੂੰ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਮੈਂ ਹਰੀ ਦੇ ਜਨਾਂ ਨੂੰ ਮਿਲ ਕੇ, ਰੱਬ ਦੇ ਪਿਆਰਿਆਂ ਨੂੰ ਮਿਲ ਕੇ ਖੁਸ਼ੀ ਦੇ ਗੀਤ ਗਾ ਲੈ। ਹੁਣ ਜਦੋਂ ਖੁਸ਼ੀ ਦੇ ਗੀਤ ਗਾ ਲੈ, ਭਾਵ ਗੁਰੂ ਵਾਲੀ ਸਮਝ ਜੀਵਨ 'ਚ ਲੈ ਆਂਦੀ। ਜਨ ਨਾਨਕ ਦੂਜੀ ਲਾਮ ਚਲਾਈ,
ਅਨਹਦ ਸ਼ਬਦ ਵਜਾਏ। ਦੂਜੀ ਲਾਮ ਹੈ ਅਨਹਦ ਸ਼ਬਦ, ਭਾਵ ਕਿ ਨਿਰੰਤਰ ਸਾਂਝ ਲੱਗ। ਅਨਹਦ ਬਾਣੀ 'ਚ ਸ਼ਬਦ ਜਦੋਂ ਆਉਂਦਾ ਨਾ, ਉਹਦਾ ਅਰਥ ਹੈ ਨਿਰੰਤਰ ਸਾਂਝ ਪ੍ਰਮਾਤਮਾ ਨਾਲ ਸਾਡੀ ਬਣ ਗਈ। ਤੇ ਅਸੀਂ ਦੋਵਾਂ ਜੀਆਂ ਨੇ, ਪਰਿਵਾਰਕ ਮੈਂਬਰਾਂ ਨੇ ਗੁਰੂ ਦੀ ਗੋਦ ਵਿੱਚ ਲਾਵਾਂ ਲਈਆਂ ਤੇ ਇੱਕ ਦੂਜੇ ਨਾਲ ਨਿਰੰਤਰ ਪਿਆਰ ਵਾਲੀ ਸਾਂਝ ਜਿਹੜੀ ਹੈ ਬਣਾ ਲਈ। ਇਹ ਸੀ ਅੱਜ ਦੇ ਇਸ ਦੂਜੇ ਭਾਗ ਵਿੱਚ। ਕੱਲ ਤੀਜਾ ਤੇ ਅਖੀਰਲਾ ਭਾਗ ਆਪ ਜੀ ਦੇ ਸਨਮੁਖ ਲੈ ਕੇ ਫਿਰ ਹਾਜ਼ਰ ਹੋਵਾਂਗੇ। ਅਖੀਰਲੀਆਂ 2 ਲਾਵਾਂ ਤਿਸ ਤੇ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਤੇ ਪਰਸੋਂ ਠੀਕ 5 ਵਜੇ ਆਪਾਂ ਸ਼ਾਮ ਨੂੰ ਇਸੇ ਟਾਈਮ, ਜਿਸ ਟਾਈਮ ਵਿਚਾਰ ਆਰੰਭਦੇ ਆ, ਤੁਹਾਡੇ ਸਵਾਲਾਂ ਦੇ ਜਵਾਬ, ਕਿਸੇ ਵੀ ਤਰ੍ਹਾਂ ਦਾ ਵੀਰ ਭੈਣ ਦਾ ਕੋਈ ਸਵਾਲ ਹੋਵੇ ਤੁਸੀਂ ਸਵਾਲ ਸਾਡੇ ਨਾਲ ਕਰ ਸਕਦੇ ਹੋ ਤੇ ਆਪਾਂ ਉਹ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਗੁਰੂ ਦੀ ਮੱਤ ਬੁੱਧ ਵਿੱਚੋਂ ਕਰਾਂਗੇ। ਆਪ ਸਭ ਦਾ ਧੰਨਵਾਦ, ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਭੁੱਲਾਂ ਚੁੱਕਾਂ ਮੇਰੀਆਂ ਗੱਜ ਕੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।